ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਂਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾ। ਜੀਅ ਜੁਗਤ ਵਸ ਪ੍ਰਭੂ ਕੈ, ਜੋ ਕਹਿ ਸੋ ਕਰਨਾ। ਭਏ ਪ੍ਰਸੰਨ ਗੋਪਾਲ ਰਾਏ, ਭਉ ਕਿਛ ਨਹੀਂ ਕਰਨਾ। ਜੀਅ ਜੁਗਤ ਵਸ ਪ੍ਰਭੂ ਕੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜੀਅ ਜੁਗਤ ਵਸ ਪ੍ਰਭੂ ਕੈ। ਜੀਵਾਂ ਦੇ ਖਾਣ ਪੀਣ ਪਾਲਣ ਪੋਸ਼ਣ ਦੀ ਜਿਹੜੀ ਜੁਗਤ ਵਿਧੀ ਹੈ, ਇਹ ਪਰਮਾਤਮਾ ਦੇ ਆਪਣੇ ਵਸ ਅਧੀਨ ਹੈ। ਪ੍ਰਤਪਾਲ ਮਾਤਾ ਉਦਰ ਰੱਖੈ, ਲੱਗਣ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰੱਖੈ। ਬੂਝ ਬੁੱਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ। ਮਾਤਾ ਦੇ ਉਦਰ ਤੋਂ ਹੀ ਉਹਦੀ ਪਾਲਣਾ ਪੋਸ਼ਣਾ ਸ਼ੁਰੂ ਹੋ ਜਾਂਦੀ ਹੈ, ਜੋ ਜੀਵ ਦੇ ਮਰਨ ਤੱਕ ਵਾਹਿਗੁਰੂ ਵੱਲੋਂ ਹੁੰਦੀ ਰਹਿੰਦੀ ਹੈ। ਜੋ ਕਹਿ ਸੋ ਕਰਨਾ। ਜੀਵਾਂ ਨੇ ਉਹੀ ਕੁਝ ਹੀ ਕਰਨਾ ਹੁੰਦਾ ਹੈ।
ਜਾਂ ਪ੍ਰਭੂ ਜੋ ਆਪਣੇ ਭਗਤ ਜਨਾਂ ਨੂੰ ਆਗਿਆ ਕਰਦਾ ਹੈ, ਉਹੀ ਕੁਝ ਹੀ ਕਰਨਾ ਬਣਦਾ। ਭਾਵ ਗੁਰਮੁਖ ਤੇਰਾ ਭਾਣਾ ਭਾਵੈ, ਗੁਰਮੁਖ ਭਾਣੇ ਅਨੁਸਾਰ ਚੱਲਦੇ ਹਨ। ਭਏ ਪ੍ਰਸੰਨ ਗੋਪਾਲ ਰਾਏ। ਗੋ ਪ੍ਰਿਥਵੀ ਦੇ ਉੱਪਰ ਰਹਿਣ ਵਾਲੇ ਜੀਵਾਂ ਦੀ ਪਾਲਣਾ ਕਰਨ ਵਾਲਾ ਜੋ ਰਾਜਾ ਪ੍ਰਕਾਸ਼ ਰੂਪ ਪ੍ਰਭੂ ਜੀ ਹੈ, ਜਿਹਦੇ ਉੱਪਰ ਖੁਸ਼ ਹੋਏ ਹਨ। ਭਉ ਕਿਛ ਨਹੀਂ ਕਰਨਾ। ਉਹਨੇ ਕੁਝ ਵੀ ਯਮ ਆਦਿਕਾਂ ਦਾ ਡਰ ਨਹੀਂ ਕਰਨਾ ਹੁੰਦਾ। ਭਾਵ ਸਭ ਪ੍ਰਕਾਰ ਦੇ ਭੈ ਤੋਂ ਰਹਿਤ ਹੋ ਜਾਂਦਾ ਹੈ। ਦੁਖ ਨਾ ਲਾਗੈ ਕਦੇ ਤੁਧ। ਇਹ ਭਾਈ ਤੈਨੂੰ ਕਦੇ ਵੀ ਦੁੱਖ ਨਹੀਂ ਲੱਗੇਗਾ। ਪਾਰ ਬ੍ਰਹਮ ਚਿਤਾਰੇ। ਜੇਕਰ ਤੂੰ ਪੁੰਨਾਂ ਦੇ ਪਾਪਾਂ ਤੋਂ ਪਰੇ ਵਿਆਪਕ ਸਰੂਪ ਹੈ ਪਰਮਾਤਮਾ ਨੂੰ ਯਾਦ ਕਰੇ, ਤਾਂ ਤੈਨੂੰ ਜਮਨ ਮਰਨ ਆਦਿਕ ਦਾ ਤੇ ਹੋਰ ਵੀ ਕਿਸੇ ਪ੍ਰਕਾਰ ਦਾ ਕਦਾਚਿਤ ਵੀ ਕੋਈ ਦੁੱਖ ਨਹੀਂ ਲੱਗੇਗਾ। ਜਮ ਕੰਕਰ ਨੇੜ ਨਾ ਆਵਈ। ਸੋ ਕੰਕਰ ਹੁੰਦਾ ਤਾਂ ਛੋਟਾ ਹੈ, ਪਰ ਜੇ ਕਿਤੇ ਅੱਖ ਦੇ ਵਿੱਚ ਪੈ ਜਾਵੇ ਬਹੁਤ ਦੁਖੀ ਕਰਦਾ ਹੈ। ਇਉਂ ਕੰਕਰ ਦੀ ਤਰ੍ਹਾਂ ਜਿਹੜਾ ਯਮ ਦੁੱਖ ਦੇਣ ਵਾਲਾ ਹੈ, ਇਹ ਤੇਰੇ ਪਾਸ ਵੀ ਨਹੀਂ ਆ ਸਕੇਗਾ। ਗੁਰ ਸਿੱਖ ਪਿਆਰੇ। ਇਹ ਗੁਰੂ ਦੀ ਸਿੱਖਿਆ ਨੂੰ ਧਾਰਨ ਵਾਲੇ ਪ੍ਰੇਮੀ ਪੁਰਖ ਯਮ ਰਾਜ ਦੇ ਦਾਸ ਭਾਵ ਯਮਦੂਤ ਤੇਰੇ ਕੋਲ ਵੀ ਨਹੀਂ ਆ ਸਕਣਗੇ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕਰਨ ਕਾਰਨ ਸਮਰੱਥ ਹੈ। ਇਹ ਭਾਈ ਉਹ ਜੋ ਪਰਮਾਤਮਾ ਹੈ, ਸਾਰੇ ਕਾਰਜਾਂ ਨੂੰ ਕਰਨ ਕਰਾਉਣ ਵਾਲਾ ਸਰਵ ਸ਼ਕਤੀਵਾਨ ਹੈ। ਤਿਸ ਬਿਨ ਨਹੀਂ ਹੋਰ। ਇਸ ਵਾਹਿਗੁਰੂ ਤੋਂ ਬਿਨਾਂ ਉਹਦੇ ਵਰਗਾ ਕੋਈ ਹੋਰ ਨਹੀਂ ਹੈ। ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਨਾਨਕ ਪ੍ਰਭ ਸਰਨਾਗਤੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜੋ ਪਰਮਾਤਮਾ ਦੀ ਸ਼ਰਨ ਵਿੱਚ ਪ੍ਰਾਪਤ ਹੋਇਆ ਹੈ, ਸਾਚਾ ਮਨ ਜੋਰ। ਉਹਦੇ ਮਨ ਹਿਰਦੇ ਵਿੱਚ ਵਿਵੇਕ ਰੂਪ ਸੱਚਾ ਬਲ ਪ੍ਰਾਪਤ ਹੁੰਦਾ ਹੈ, ਜਾਂ ਉਹੀ ਸੱਚ ਸਰੂਪ ਦੇ ਵਿੱਚ ਮਨ ਦੀ ਬਿਰਤੀ ਨੂੰ ਜੋੜਦਾ ਹੈ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਿਮਰ ਸਿਮਰ ਪ੍ਰਭ ਆਪਣਾ। ਇਹ ਭਾਈ ਗੁਰਾਂ ਦੁਆਰਾ ਆਪ ਦਾ ਆਸਰਾ ਰੂਪ ਪਰਮਾਤਮਾ ਸਿਮਰ ਸਿਮਰ ਕੇ ਜਾਂ ਸਿਮਰਨੇ ਯੋਗ ਪਰਮੇਸ਼ਰ ਨੂੰ ਯਾਦ ਕਰਕੇ ਨਾਠਾ ਦੁਖ ਠਾਓ। ਦੁੱਖ ਦਾ ਅਗਿਆਨ ਰੂਪੀ ਜਿਹੜਾ ਅਸਥਾਨ ਇਹ ਨਾਠਾ ਨਸ਼ਟ ਹੋ ਗਿਆ ਹੈ। ਵਿਸਰਾਮ ਪਾਏ ਮਿਲ ਸਾਧ ਸੰਗ। ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਸੁਖ ਸਰੂਪ ਦੇ ਵਿੱਚ ਸਥਿਤੀ ਨੂੰ ਪਾ ਲਿਆ ਹੈ, ਜਾਂ ਸਾਰੇ ਸੁਖ ਇਹ ਪ੍ਰਾਪਤ ਕਰ ਲਏ ਹਨ। ਤਾਤੇ ਬਾਹੁੜ ਨਾ ਧਾਓ। ਇਸ ਕਰਕੇ ਹੁਣ ਬੌੜੋਂ ਮੁੜ ਕੇ ਜੂਨਾਂ ਦੇ ਵਿੱਚ ਸਾਡਾ ਦੌੜਨਾ ਨਹੀਂ ਹੋਵੇਗਾ। ਬਲਿਹਾਰੀ ਗੁਰ ਆਪਣੇ। ਇਹ ਭਾਈ ਅਸੀਂ ਆਪ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਜੀ, ਇਹਨਾਂ ਤੋਂ ਮਨ ਕਰਕੇ ਬਲਿਹਾਰ ਕੁਰਬਾਨ ਜਾਂਦੇ ਆ। ਚਰਨਨ ਬਲ ਜਾਓ। ਪਰ ਉਹਨਾਂ ਦੇ ਚਰਨ ਕਮਲਾਂ ਤੋਂ ਵੀ ਬਾਣੀ ਕਰਕੇ ਤਰੀਰ ਕਰਕੇ ਬਲਿਹਾਰ ਜਾਣਾ ਕਰਦੇ ਹਾਂ। ਬਲਿਹਾਰ ਦਾ ਅਰਥ ਆਪ ਦਾ ਬਲ ਹਾਰ ਜਾਣਾ, ਭਾਵ ਮਾਇਆ ਦਾ ਬਲ, ਵਿਦਿਆ ਦਾ ਬਲ, ਧਨ ਦੌਲਤ, ਗੁਣਾਂ ਦਾ ਬਲ,
ਇਹਦਾ ਹੰਕਾਰ ਨਹੀਂ ਕਰਨਾ। ਆਨੰਦ ਸੂਖ ਮੰਗਲ ਬਨੇ। ਅਸੀਂ ਸੋ ਉਦੋਂ ਦੇ ਆਨੰਦ ਸੁੱਖ ਤੇ ਮੰਗਲ ਦੇ ਸਹਿਤ ਹੋ ਗਏ ਹਾਂ। ਸਾਰੀਆਂ ਖੁਸ਼ੀਆਂ ਸਾਨੂੰ ਬਾਣ ਆਈਆਂ ਨੇ। ਪੇਖਤ ਗੁਣ ਗਾਓ। ਜਦੋਂ ਦਾ ਗੁਰੂ ਜੀ ਦੇ ਦਰਸ਼ਨ ਕਰਦੇ ਆ, ਗੁਰੂ ਜੀ ਦੇ ਦਰਸ਼ਨ ਵੇਖਦੇ ਅਤੇ ਗੁਣ ਗਾਉਣਾ ਕਰਦੇ ਆ, ਜਿਸ ਕਰਕੇ ਸਾਨੂੰ ਆਨੰਦ ਸੁੱਖ ਅਤੇ ਮੰਗਲ ਬਣ ਆਏ ਹਨ। ਜਾਂ ਆਨੰਦ ਦੇ ਸੁੱਖ ਸਰੂਪ ਦੀ ਪ੍ਰਾਪਤੀ ਕਰਕੇ ਖੁਸ਼ੀਆਂ ਬਣ ਆਈਆਂ ਹਨ। ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕਥਾ ਕੀਰਤਨ ਰਾਗ ਨਾਦ ਧੁਨ। ਹੁਣ ਸਾਧ ਸੰਗਤ ਦੇ ਵਿੱਚ ਸਰੂਪ ਰੱਖਣ ਵਾਲੀ ਕਥਾ ਤੇ ਕੀਰਤਨ ਜਸ ਸਰਵਣ ਕਰਨਾ, ਰਾਗ ਪ੍ਰੇਮ ਨਾਲ ਵਾਜਿਆਂ ਦੀ ਧੁਨੀ ਸੁਣਨੀ ਜਾਂ ਆਵਾਜ਼ ਰੂਪ ਬ੍ਰਹਮ ਦੀ ਪ੍ਰਾਪਤੀ ਵਾਲਾ ਕਥਾ ਕੀਰਤਨ ਪ੍ਰੇਮ ਦੇ ਨਾਲ ਸੁਣਨਾ ਹੈ। ਇਹੋ ਬਨਿਓ ਸੁਆਓ। ਸਾਡੇ ਲਈ ਇਹੀ ਪਰਲੋਕ ਵਾਸਤੇ ਲਾਭ ਪ੍ਰਯੋਜਨ ਬਣਿਆ ਹੈ। ਨਾਨਕ ਪ੍ਰਭ ਸੋ ਪ੍ਰਸੰਨ ਪਏ। ਕਰ ਲਿਆ ਹੈ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਦਾਸ ਤੇਰੇ ਕੀ ਬੇਨਤੀ। ਹੇ ਪ੍ਰਮਾਤਮਾ, ਤੇਰੇ ਸੇਵਕ ਦੀ ਤੇਰੇ ਪਾਸ ਹੀ ਬੇਨਤੀ ਹੈ ਕਿ ਰਿੱਧ ਕਰ ਪਰਗਾਸ। ਤੂੰ ਮੇਰੇ ਹਿਰਦੇ ਅੰਦਰ ਗਿਆਨ ਦਾ ਚਾਨਣਾ ਕਰ ਦੇ। ਤੁਮਰੀ ਕਿਰਪਾ ਤੇ ਪਾਰ ਬ੍ਰਹਮ। ਇਹ ਪੁੰਨਾਂ ਦੇ ਪਾਪਾਂ ਤੋਂ ਪਰੇ ਵਿਆਪਕ ਸਰੂਪ ਪਰਮਾਤਮਾ, ਤੇਰੀ ਮਿਹਰ ਹੋਣ ਤੋਂ ਦੋਖਨ ਕੋ ਨਾਸ। ਸ਼ਬਦ ਸਪਰਸ਼ਾਦਕ ਦੋਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਚਰਨ ਕਮਲ ਕਾ ਆਸਰਾ। ਸਾਨੂੰ ਜਨਾਂ ਨੂੰ ਤੇਰੇ ਕਮਲ ਦੀ ਤਰ੍ਹਾਂ ਨਿਰਲੇਪ ਚਰਨਾਂ ਦਾ ਹੀ ਇੱਕ ਓਟ ਅਤੇ ਆਸਰਾ ਹੈ ਜੀ। ਪ੍ਰਭ ਪੁਰਖ ਗੁਣਤਾਸ। ਇਹ ਪੁਰਖ ਪੂਰਨ ਅਤੇ ਗੁਣਦਾਸ ਗੁਣਾਂ ਦੇ ਖਜ਼ਾਨੇ ਪਰਮਾਤਮਾ, ਸਾਨੂੰ ਜਨਾਂ ਨੂੰ ਤੇਰੇ ਚਰਨ ਕਮਲਾਂ ਦਾ ਹੀ ਆਸਰਾ ਹੈ। ਕੀਰਤਨ ਨਾਮ ਸਿਮਰਤ ਰਹੋ। ਇਹ ਪਰਮਾਤਮਾ, ਤੇਰਾ ਕੀਰਤਨ ਜਸ ਰੂਪ ਤੇ ਤੇਰਾ ਨਾਮ ਮੈਂ ਸਿਮਰਦਾ ਰਹਾ, ਜਾਂ ਰਸਨਾ ਕਰਕੇ ਤੇਰਾ ਜਸ ਕਰਦਾ ਰਹਾ ਔਰ ਹਿਰਦੇ ਕਰਕੇ ਤੇਰਾ ਨਾਮ ਸਿਮਰਦਾ ਰਹਾ। ਜਬ ਲਗ ਘਟ ਸਾਸ। ਸੋ ਹੇ ਪ੍ਰਮਾਤਮਾ, ਜਦ ਤੱਕ ਮੇਰੇ ਘਟ ਸਰੀਰ ਦੇ ਅੰਦਰ ਸਾਹ ਪ੍ਰਾਣ ਹਨ, ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਆ ਸਾਡਾ ਜਿਹੜਾ ਗਲਾ ਹੈ ਇਹ ਚੱਲਦਾ ਰੱਖੀ। ਆਪ ਦਾ ਜਸ ਕੀਰਤਨ ਰੂਪ ਦੇ ਵਿੱਚ ਹਮੇਸ਼ਾ ਕਰਦੇ ਰਹੀਏ ਔਰ ਤੇਰੀ ਬਾਣੀ ਪੜ੍ਹਦੇ ਰਹੀਏ, ਤੇਰਾ ਨਾਮ ਜਪਦੇ ਰਹੀਏ। ਰਸਨਾ ਸਾਡੀ ਤੇਰੇ ਕਥਾ ਕੀਰਤਨ ਦੇ ਵਿੱਚ ਰੁੱਝੀ ਰਹੇ ਜੀ। ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮਾਤ ਪਿਤਾ ਬੰਧਪ ਤੂੰ ਹੈ। ਹੇ ਪ੍ਰਮਾਤਮਾ, ਸਾਡੀ ਮਾਂ ਵੀ ਤੂੰ ਹੀ ਹੈ ਅਤੇ ਪਿਤਾ ਵੀ ਤੂੰ ਹੀ ਹੈ। ਜਿਵੇਂ ਮਾਤਾ ਬੱਚੇ ਨੂੰ ਜਨਮ ਦਿੰਦੀ ਹੈ ਔਰ ਉਹਦੇ ਮੂੰਹ ਦੇ ਵਿੱਚ ਬੁਰਕੀਆਂ ਤੋੜ ਤੋੜ ਕੇ ਪਾਉਂਦੀ ਹੈ, ਇੰਜ ਪੈਦਾ ਕਰਨ ਵਾਲਾ ਉਹ ਵਾਹਿਗੁਰੂ ਹੀ ਹੈ ਅਸਲ ਦੇ ਵਿੱਚ। ਤੇ ਜੋ ਵੀ ਰੋਜੀ ਰੋਟੀ ਖਾਣ ਪੀਣ ਨੂੰ ਉਹ ਵਾਹਿਗੁਰੂ ਪਰਮਾਤਮਾ ਹੀ ਦੇ ਰਿਹਾ। ਸਾਨੂੰ ਪੈਦਾ ਕਰਨ ਕਰਕੇ ਉਹ ਮਾਂ ਦੀ ਤਰ੍ਹਾਂ ਹੈ। ਪਿਤਾ ਆਪਦੀ ਕਿਰਤ ਕਮਾਈ ਕਰਕੇ ਬਾਹਰੋਂ ਲਿਆ ਕੇ ਲੋੜਵੰਦ ਵਸਤੂਆਂ ਬੱਚੇ ਨੂੰ ਬਖਸ਼ਦਾ ਹੈ। ਇੰਝ ਹੀ ਪਿਤਾ ਦੀ ਤਰ੍ਹਾਂ ਉਹ ਵਾਹਿਗੁਰੂ ਹੀ ਸਭਨਾਂ ਦਾ ਖਿਆਲ ਰੱਖ ਲਿਆ। ਸਾਡਾ ਤਾਂ ਖਾਸ ਕਰਕੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਕਿਸੇ ਦੀ ਦੁਕਾਨ, ਕਿਸੇ ਦੀ ਫੈਕਟਰੀ ਹੈ, ਕਿਸੇ ਦੀ ਨੌਕਰੀ ਹੈ,
ਕਿਸੇ ਦੀ ਪੈਨਸ਼ਨ ਲੱਗੀ ਹੋਈ ਹੈ, ਕਿਸੇ ਦੀ ਪੈਲੀ ਦਾ ਠੇਕਾ ਹੈ, ਸਾਨੂੰ ਤਾਂ ਕੁਛ ਵੀ ਨਹੀਂ ਹੈ। ਤੋ ਜਿਵੇਂ ਮਾਂ ਪਿਓ ਦੇ ਹੁੰਦੇ ਆ, ਬੱਚੇ ਨੂੰ ਕਾਸੇ ਦਾ ਵੀ ਕੋਈ ਫਿਕਰ ਨਹੀਂ ਹੁੰਦਾ। ਇੰਝ ਹੀ ਜਿੰਨਾ ਚਿਰ ਸਾਡਾ ਗੁਰੂ ਜੀ ਹੁੰਦਾ ਹੈ, ਪਰਮਾਤਮਾ ਹੈ, ਉਹਨਾਂ ਚਿਰ ਆਪਦੇ ਸਿੱਖ ਬੱਚਿਆਂ ਨੂੰ ਉਹ ਭੁੱਖਾ ਨਹੀਂ ਰਹਿਣ ਦਿੰਦਾ। ਜੈਸੀ ਭੂਖ ਤੈਸੀ ਕਾ ਪੂਰਕ, ਜਿਸ ਤਰ੍ਹਾਂ ਦੀ ਭੁੱਖ ਹੈ ਉਸ ਤਰ੍ਹਾਂ ਦੀ ਭੁੱਖ ਪੂਰੀ ਕਰਨੇ ਵਾਲਾ ਹੈ। ਹਮ ਭੀਖਕ ਭਿਖਾਰੀ ਤੇਰੇ, ਭਾਵੇਂ ਰੋਟੀ ਦੀ ਭੁੱਖ ਨਹੀਂ, ਪੈਸੇ ਦੀ ਭੁੱਖ ਨਹੀਂ, ਨਾਮ ਤਾਂ ਸਾਰਿਆਂ ਨੂੰ ਚਾਹੀਦਾ। ਸੰਤਾਂ ਮਹਾਤਮਾ ਨੂੰ ਵੀ ਨਾਮ ਚਾਹੀਦਾ, ਉਹਨਾਂ ਨੂੰ ਮਹਾਰਾਜ ਆਪਦਾ ਨਾਮ ਬਖਸ਼ਦਾ ਹੈ। ਸਾਚੇ ਨਾਮ ਕੀ ਲਾਗੈ ਭੂਖ, ਨਾਮ ਦੇ ਕੇ ਤ੍ਰਿਪਤ ਕਰ ਦਿੰਦਾ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਿਆਲ ਨਾਮ ਦਿਓ ਮੰਗਤ ਜਨ ਕਉ, ਸਦਾ ਰਹੋ ਰੰਗ ਰਤਾ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਤੂੰ ਉੱਚੇ ਤੋਂ ਉੱਚਾ ਹੈ, ਹੇ ਭਗਵੰਤਰੋ ਵਾਹਿਗੁਰੂ ਜੀ। ਤੂੰ ਸਰਬ ਨਿਵਾਸ, ਹੇ ਪ੍ਰਮਾਤਮਾ ਤੂੰ ਹੀ ਸਾਰਿਆਂ ਦੇ ਵਿੱਚ ਵਾਸਾ ਕਰ ਰਿਹਾ ਹੈ। ਨਾਨਕ ਪ੍ਰਭ ਸਰਨਾਗਤੀ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਤੈਨੂੰ ਅਸੀਂ ਆਪ ਦਾ ਮਾਂ ਪਿਓ ਮੰਨ ਕੇ, ਹੇ ਪ੍ਰਮਾਤਮਾ ਆਪ ਜੀ ਦੀ ਸ਼ਰਨ ਦੇ ਵਿੱਚ ਆ ਕੇ ਅਸੀਂ ਪ੍ਰਾਪਤ ਹੋਏ ਹਾਂ। ਜਾ ਕੋ ਨਿਰਮਲ ਜਾਸ, ਸੋ ਅੰਜੇ ਸਾਹਿਬ ਜੀ ਦਾ ਨਿਰਮਲ ਉਜਲ ਜਸ ਹੈ ਜੀ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਇਹ ਸ਼ਬਦ ਉਚਾਰ ਰਹੇ ਨੇ। ਸਰਬ ਸਿੱਧ ਹਰ ਗਾਈਐ, ਇਹ ਭਾਈ ਹਰੀ ਪ੍ਰਮਾਤਮਾ ਦਾ ਜਸ ਨਾਮ ਗਾਉਣ ਕਰਕੇ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਸਭ ਭਲਾ ਮਨਾਵਹਿ, ਹਰ ਜਸ ਗਾਉਣ ਵਾਲੇ ਦਾ ਸਾਰੇ ਭਲਾ ਹੀ ਮਨਾਉਂਦੇ ਨੇ, ਸਾਰੇ ਉਹਨਾਂ ਨੂੰ ਚੰਗਾ ਸਮਝਦੇ ਨੇ, ਜਾਂ ਨਾਮ ਜਪਣ ਵਾਲੇ ਸਭ ਦਾ ਭਲਾ ਮਨਾਉਂਦੇ ਹਨ। ਸਾਧ ਸਾਧ ਮੁਖ ਤੇ ਕਹਿ ਹੈ, ਜਿਹੜਾ ਮਹਾਰਾਜ ਦਾ ਜਸ ਗਾਉਂਦਾ ਹੈ ਸਾਰੇ ਲੋਕ ਉਹਨੂੰ ਆਪਣੇ ਮੁਖ ਤੋਂ ਸਾਧ ਸਾਧ ਕਹਿੰਦੇ ਨੇ। ਬਾਬਾ ਜੀ, ਭਾਈ ਜੀ, ਸੰਤ ਜੀ ਸ੍ਰੇਸ਼ਟ ਸ੍ਰੇਸ਼ਟ ਆਖਦੇ ਹਨ, ਜਾਂ ਸ਼ਾਬਾਸ਼ ਸ਼ਾਬਾਸ਼, ਧਨ ਕਾ ਧਨ ਦਾ ਯੋਗ ਆਖਦੇ ਹਨ। ਸੁਣ ਦਾਸ ਮਿਲਾਵਹਿ, ਪਰ ਉਹਦੀ ਸ਼ੋਭਾ ਸੁਣ ਕੇ ਲੋਕ ਦਾਸਾ ਭਾਵ ਧਾਰ ਕੇ ਆਪਣੇ ਆਪ ਨੂੰ ਉਹਦੀ ਸ਼ਰਨ ਵਿੱਚ ਮਿਲਾਉਂਦੇ ਨੇ, ਜਾਂ ਜੋ ਦਾਸ ਪਰਮਾਤਮਾ ਦਾ ਜਸ ਸੁਣਦੇ ਨੇ ਉਹਨਾਂ ਨੂੰ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ, ਅਭੇਦ ਕਰ ਲੈਂਦਾ ਹੈ। ਸੁਖ ਸਹਜ ਕਲਿਆਣ ਰਸ, ਅਚੁੱਤ ਸੁਖ ਜਾਂ ਸੁਤੇ ਸਿੱਧੀ ਆਤਮਿਕ ਸੁਖ, ਮੁਕਤੀ ਤੇ ਪ੍ਰੇਮ ਆਦਿਕ ਜਿਹੜੇ ਹੋਰ ਗੁਣ ਨੇ। ਪੂਰੈ ਗੁਰ ਕੀਨ, ਇਹ ਪੂਰਨ ਸਤਿਗੁਰਾਂ ਨੇ ਦੇਣਾ ਕੀਤੇ ਬਖਸ਼ਿਸ਼ ਕਰ ਦਿੱਤੇ ਹਨ। ਜੀ ਸਗਲ ਦਇਆਲ ਭਏ, ਸਾਰੇ ਜੀਵ ਜੰਤ ਵੀ ਹੁਣ ਸਾਡੇ ਉੱਪਰ ਦਿਆਲੂ ਮਿਹਰਬਾਨ ਹੋਏ ਹਨ। ਹਰ ਹਰ ਨਾਮ ਚੀਨ, ਹਰੇ ਪਰੇ ਕਰਨ ਵਾਲੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਚੀਨਣ ਜਾਣ ਕਰਕੇ ਸਾਰੇ ਜੀਆ ਜੰਤ ਵੀ ਸਾਡੇ ਉੱਪਰ ਮਿਹਰਬਾਨ ਹੋ ਗਏ ਨੇ। ਇਹ ਮਹਾਰਾਜ ਫਰਮਾਉਂਦੇ ਨੇ। ਰਹਾਉ, ਇਹ ਰਹਾਉ ਵਾਲੀ ਪੰਕਤੀ ਹੈ। ਮਤਲਬ ਜੋ ਵਾਹਿਗੁਰੂ ਜੀ ਦਾ ਨਾਮ ਜਪਦਾ
ਜੋ ਸ਼ੇਰ, ਚੀਤੇ, ਬਘਿਆੜ ਆਦਿਕ ਮਾਰ ਪਾੜ ਖਾਣ ਵਾਲੇ ਜੀਵ ਨੇ, ਉਹ ਵੀ ਉਹਨੂੰ ਕੁਝ ਨਹੀਂ ਆਉਂਦੇ। ਸਾਰੇ ਜੀਆ ਜੰਤ ਉਹਦੇ ਨਾਲ ਪ੍ਰੇਮ ਕਰਦੇ। ਇੱਕ ਰਹਿਬਾ ਨਾਮੀ ਲੜਕੀ ਹੋਈ ਹੈ। ਇਹ ਮੁਸਲਮਾਨਾਂ ਦੀਆਂ ਕਿਤਾਬਾਂ ਦੇ ਵਿੱਚ ਬਹੁਤ ਪ੍ਰਸਿੱਧ ਸਟੋਰੀ ਹੈ। ਇਹ ਜਿਹੜੀ ਰਹਿਬਾ ਲੜਕੀ ਸੀ, ਇਹ ਰੋਮ ਦੇਸ਼ ਦੇ ਬਸਰੇ ਸ਼ਹਿਰ ਦੀ ਰਾਜ ਕੰਨਿਆ ਸੀਗੀ। ਰੋਮ ਸ਼ਹਿਰ ਦਾ ਬਸਰਾ ਦੇਸ਼, ਬਸਰਾ ਸ਼ਹਿਰ, ਰੋਮ ਦੇਸ਼ ਤੇ ਬਸਰਾ ਸ਼ਹਿਰ ਇਹਦੀ ਰਾਜ ਕੰਨਿਆ ਸੀ। ਜਦੋਂ ਅਜੇ ਇਹ ਜਨਮੀ ਹੋਈ ਤਾਂ ਕਿਸੇ ਦੂਸਰੇ ਰਾਜੇ ਨੇ ਬਸਰੇ ਸ਼ਹਿਰ ਤੇ ਚੜ੍ਹਾਈ ਕਰ ਦਿੱਤੀ। ਰਹਿਬਾਂ ਦਾ ਸਾਰਾ ਪਰਿਵਾਰ ਮਾਰਿਆ ਗਿਆ ਤੇ ਇੱਕ ਗੋਲੀ ਨੇ ਕਿਸੇ ਤਰੀਕੇ ਨਾਲ ਰਹਿਬਾਂ ਨੂੰ ਬਚਾ ਕੇ ਫਕੀਰਾਂ ਵਾਲੇ ਇੱਕ ਸਸਤਾਨ ਤੇ ਲਿਆ ਕੇ ਇਹਨੂੰ ਪਾਲਿਆ। ਇਸ ਕਰਕੇ ਬਚਪਨ ਤੋਂ ਹੀ ਰਹਿਬਾਂ ਨੂੰ ਰੱਬ ਦੇ ਫਕੀਰਾਂ ਦੀ ਸੰਗਤ ਮਿਲੀ ਤੇ ਖੁਦਾ ਦੇ ਨਾਲ ਲਿਵ ਜੋੜਨ ਲੱਗ ਪਈ। ਰਹਿਬਾਂ ਰੱਬ ਦੇ ਫਕੀਰਾਂ ਦੀ ਸੰਗਤ ਕਰਦਿਆਂ ਕਰਦਿਆਂ ਜਵਾਨ ਹੋ ਗਈ, ਪਰ ਫਕੀਰਾਂ ਦੀ ਸੰਗਤ ਕਰਕੇ ਵਕਾਰ ਨੇੜੇ ਤੱਕ ਨਾ ਆਏ, ਸਗੋਂ ਦਿਨੋਂ ਦਿਨ ਖੁਦਾ ਦਾ ਪਿਆਰ ਵੱਧਦਾ ਗਿਆ। ਇੱਕ ਦਿਨ ਰਹਿਬਾਂ ਦੇ ਉੱਪਰ ਇੱਕ ਵੇਸਵਾ ਦੀ ਨਜ਼ਰ ਪਈ। ਉਹਨੇ ਗੋਲੀ ਨੂੰ ਲਾਲਚ ਦੇ ਕੇ ਮਨ ਭਾਉਂਦਾ ਧਨ ਦੇ ਦਿੱਤਾ ਤੇ ਰਹਿਬਾਂ ਨੂੰ ਉਹਦੇ ਕੋਲੋਂ ਖਰੀਦ ਲਿਆ। ਤੇ ਜਦ ਇਹ ਜਵਾਨ ਹੋਈ ਤਾਂ ਮੰਦ ਕਰਮ ਲਈ ਇਹਨੇ ਰਹਿਬਾਂ ਨੂੰ ਆਪ ਦੇ ਕੋਠੇ ਉੱਪਰ ਬਿਠਾ ਲਿਆ। ਉਹਨੂੰ ਕੁਝ ਪਤਾ ਨਹੀਂ ਵੀ ਮੈਂ ਕਿੱਥੇ ਬੈਠੀ ਹੋਈ ਹਾਂ। ਪਹਿਲੇ ਦਿਨ ਹੀ ਵੇਸਵਾ ਨੇ ਇੱਕ ਸ਼ਾਹੂਕਾਰ ਤੋਂ ਚੰਗਾ ਚੋਖਾ ਪੈਸਾ ਧੇਲਾ ਲੈ ਕੇ ਉਹਨੂੰ ਇਹ ਰਹਿਬਾਂ ਦੇ ਕੋਲ ਭੇਜ ਦਿੱਤਾ। ਜਦੋਂ ਸ਼ਾਹੂਕਾਰ ਚੁਬਾਰੇ ਦਰਵਾਜ਼ੇ ਕੋਲ ਪਹੁੰਚਿਆ ਤੇ ਉਹਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ, ਉਹਦਾ ਸਰੀਰ ਵਿਆਕੁਲ ਹੋ ਗਿਆ। ਤੇ ਜਦੋਂ ਪਛਾਣ ਨੂੰ ਮੁੜਿਆ, ਅੰਦਰ ਉਹਨੂੰ ਸ਼ੇਰਨੀ ਬੈਠੀ ਦਿਖੀ, ਜਿਸ ਤਰ੍ਹਾਂ ਕੋਈ ਸ਼ੇਰਨੀ ਹੈ। ਬੜਾ ਉਹ ਡਰ ਗਿਆ, ਘਬਰਾ ਗਿਆ ਵੀ ਇਹ ਕਿਹੜੀ ਬਦ ਬਲਾ ਕੋਲ ਮੈਂ ਪਹੁੰਚ ਗਿਆ। ਫਿਰ ਉਹਨੇ ਆਪ ਦਾ ਮਨ ਸ਼ੁੱਧ ਕੀਤਾ ਤੇ ਫਿਰ ਉਹਨੂੰ ਲੜਕੀ ਹੋਈ ਬੈਠੀ ਦਿਖੀ। ਉਹ ਝਟਪਟ ਸਮਝ ਗਿਆ ਕਿ ਮੇਰੀ ਨਿਗਾਹ ਜਿਹੜੀ ਹੈ ਬੁਰੀ ਹੋਣ ਕਰਕੇ ਇਹ ਸਭ ਕੁਝ ਮੇਰੇ ਨਾਲ ਵਾਪਰਿਆ। ਇਹ ਲੜਕੀ ਕੋਈ ਸ਼ਕਤੀਮਾਨ ਹੈ ਤੇ ਰੱਬ ਨੂੰ ਮੰਨਣ ਵਾਲੀ ਹੈ। ਸ਼ਾਹੂਕਾਰ ਨੇ ਆਪਣੀ ਗਲਤੀ ਦੀ ਤੋਬਾ ਕਰਦਿਆਂ ਕੰਨਾਂ ਨੂੰ ਹੱਥ ਲਾ ਕੇ ਮਾਫੀ ਮੰਗੀ, ਖੁਦਾ ਦੀ ਅੱਗੇ ਇਬਾਦਤ ਕੀਤੀ, ਸ਼ੁੱਧ ਭਾਵਨਾ ਕਰਕੇ ਮਨ ਹੀ ਮਨ ਰਹਿਬਾਂ ਨੂੰ ਬੇਨਤੀ ਕੀਤੀ ਕਿ ਹੇ ਸ਼ਕਤੀਮਾਨ ਲੜਕੀ, ਤੂੰ ਮੇਰੀ ਮਾਂ ਦੇ ਸਮਾਨ ਹੈ, ਮੈਨੂੰ ਮੁਆਫ ਕਰ ਦੇ ਤੇ ਮੈਨੂੰ ਠੀਕ ਕਰ ਦੇ। ਸ਼ਾਹੂਕਾਰ ਦੀ ਬੇਨਤੀ ਪ੍ਰਵਾਨ ਹੋਈ ਤੇ ਜਿਹੜਾ ਉਹਨੂੰ ਦਿਸ ਨੂੰ ਹਟਿਆ ਸੀ ਉਹਨੂੰ ਦਿਸਣ ਲੱਗ ਪਿਆ। ਉਹਨੇ ਮਾਂ ਕਹਿ ਕੇ ਰਹਿਬਾਂ ਦੇ ਚਰਨਾਂ ਦੀ ਆਪ ਦਾ ਸਿਰ ਰੱਖਿਆ ਤੇ ਰੋ ਰੋ ਕੇ ਫਿਰ ਮੁਆਫੀ ਮੰਗੀ। ਰਹਿਬਾਂ ਨੇ ਕਿਹਾ ਕਿ ਤੂੰ ਆਪਦੀ ਗਲਤੀ ਦਾ ਪਛਤਾਵਾ ਕੀਤਾ ਹੈ, ਜਾ ਖੁਦਾ ਤੇਰਾ ਭਲਾ ਕਰੇਗਾ। ਸੋ ਸ਼ਾਹੂਕਾਰ ਨੇ ਰਹਿਬਾਂ ਦੀ ਮਰਜ਼ੀ ਨਾਲ ਪੁੱਛ ਕੇ ਵੇਸਵਾ ਨੂੰ ਮਨ ਚਾਹਾ ਧਨ ਦੇ ਦਿੱਤਾ। ਜਿੰਨੇ ਦੇ ਪੈਸੇ ਦੀ ਉਹਨੇ ਖਰੀਦੀ ਸੀ ਉਹ ਤੋਂ ਡਬਲ ਪੈਸਾ ਉਹਨੂੰ ਦੇ ਦਿੱਤਾ ਕਿ ਲੜਕੀ ਤੂੰ ਮੈਨੂੰ ਦੇ ਦੇ। ਤੇ ਆਪਦੀ ਮਾਂ ਬਣਾ ਕੇ ਉਹਨੂੰ ਉੱਥੋਂ ਆਪਣੇ ਘਰ ਲੈ ਆਇਆ ਤੇ ਮਾਂ ਦੇ ਬਰਾਬਰ ਉਹਦੀ ਸੇਵਾ ਕਰਨ ਲੱਗ ਪਿਆ। ਉਹ ਦਿਨ ਰਾਤ ਰਹਿਬਾਂ ਖੁਦਾ ਦੀ ਇਬਾਦਤ ਦੇ ਵਿੱਚ ਲੱਗੀ ਰਹਿੰਦੇ। ਰਹਿਬਾਂ ਨੂੰ ਇੱਕ ਦਿਨ ਇਹ ਸ਼ਾਹੂਕਾਰ ਜਿਹਦਾ ਧਰਮੀ ਪੁੱਤ ਬਣਿਆ ਸੀ, ਉਹਨੇ ਪੁੱਛਿਆ ਕਿ ਮਾਤਾ, ਮੈਂ ਆਪਣੇ ਵੱਲੋਂ ਆਪਣੀ ਸਮਝ ਦੇ ਮੁਤਾਬਕ ਤੁਹਾਡੀ ਸੇਵਾ ਕਰ ਰਿਹਾ,
ਪਰ ਤੁਸੀਂ ਦੱਸੋ ਕਿ ਮੇਰੀ ਸੇਵਾ 'ਚ ਕੋਈ ਕਿਸੇ ਪ੍ਰਕਾਰ ਦੀ ਕਮੀ ਤਾਂ ਨਹੀਂ। ਤਾਂ ਰਹਿਬਾ ਨੇ ਕਿਹਾ, ਪੁੱਤਰ ਮੈਂ ਤੇਰੀ ਸੇਵਾ ਤੋਂ ਬਹੁਤ ਪ੍ਰਸੰਨ ਹਾਂ, ਕਿਉਂਕਿ ਮੁਸਲਮਾਨਾਂ ਦੀ ਧੀ ਸੀਗੀ। ਕਹਿਣ ਲੱਗੀ, ਪਰ ਮੇਰਾ ਮਨ ਮੱਕੇ ਦਾ ਹੱਜ ਕਰਨ ਨੂੰ ਚਾਹੁੰਦਾ ਹੈ, ਜੇਕਰ ਤੂੰ ਮੈਨੂੰ ਛੁੱਟੀ ਦੇਵੇਂ ਤਾਂ ਮੈਂ ਹੱਜ ਕਰ ਆਵਾਂ। ਸ਼ਾਹੂਕਾਰ ਨੇ ਹੱਜ ਵਾਸਤੇ ਸਾਰਾ ਪ੍ਰਬੰਧ ਕਰ ਦਿੱਤਾ ਤੇ ਰਹਿਬਾ ਹਾਜੀਆਂ ਦੇ ਹੱਜ ਕਰਨ ਵਾਲੇ ਕਾਫਲੇ ਨਾਲ ਮਿਲ ਕੇ ਹੱਜ ਯਾਤਰਾ ਤੇ ਚੱਲ ਪਏ। ਚੱਲਦਿਆਂ ਚੱਲਦਿਆਂ ਉਹਨਾਂ ਦਿਨਾਂ ਵਿੱਚ ਤੁਰ ਕੇ ਜਾਣਾ ਹੁੰਦਾ ਸੀ। ਬਹੁਤ ਪੈਂਡਾ ਤੈਅ ਕਰ ਲਿਆ। ਜਦ ਮੱਕਾ 60 ਕੋਹ ਕੇਵਲ ਦੂਰੀ ਤੇ ਰਹਿ ਗਿਆ। ਇੱਕ ਕੋਹ ਦੇ ਵਿੱਚ 2 ਮੀਲ ਹੁੰਦੇ ਨੇ, 100 ਤੇ 20 ਮੀਲ। ਤਾਂ ਉੱਥੇ ਇੱਕ ਖੂਹ ਦੇਖਿਆ। ਰਹਿਬਾ ਨੇ ਆਪਦੇ ਸਾਥੀਆਂ ਨੂੰ ਕਿਹਾ ਕਿ ਤੁਸੀਂ ਤੁਰੀ ਜਾਵੋ, ਮੈਂ ਇੱਥੇ ਨਮਾਜ਼ ਅਦਾ ਕਰਕੇ ਤੁਹਾਡੇ ਨਾਲ ਰਲ ਜਾਵਾਂਗੀ, ਨਾਲੇ ਥੋੜ੍ਹਾ ਸਾਹ ਲੈ ਲਵਾਂਗੀ, ਮੈਂ ਤਾਂ ਥੱਕ ਗਈ ਹਾਂ। ਸਾਹ ਅੱਗੇ ਨਿਕਲ ਗਿਆ ਤੇ ਰਹਿਬਾ ਉਸ ਖੂਹ ਦੇ ਉੱਪਰ ਰੁਕ ਗਈ। ਜਦ ਨਮਾਜ਼ ਪੜ੍ਹ ਰਹੀ ਸੀ ਤੇ ਉਹਦੇ ਕੰਨਾਂ ਦੇ ਵਿੱਚ ਕੁੱਤੀ ਦੇ ਕਤੂਰਿਆਂ ਦੇ ਰੋਣ ਦੀ ਆਵਾਜ਼ ਪਈ। ਉਹਨੇ ਹੇਠਾਂ ਖੂਹ ਦੇ ਵਿੱਚ ਵੇਖਿਆ ਕਿ ਗਰਮੀ ਕਾਰਨ ਇੱਕ ਕੁੱਤੀ ਤੇ ਉਹਦੇ ਬੱਚੇ ਪਿਆਸੇ ਵਿਲਕ ਰਹੇ ਨੇ। ਰਹਿਬਾ ਨੂੰ ਉਸ ਵੇਲੇ ਬਹੁਤ ਦਇਆ ਆਈ। ਜੋ ਖੂਹ ਦੇ ਕਿਨਾਰੇ ਤੇ ਉਹ ਰੋ ਰਹੇ ਸੀ, ਖੂਹ ਦੇ ਵਿੱਚੋਂ ਪਾਣੀ ਕੱਢ ਕੇ ਪਿਆਉਣ ਦੀ ਉਹਨੇ ਸੋਚੀ, ਪਰ ਖੂਹ ਦੇ ਉੱਪਰ ਕੋਈ ਵੀ ਲੱਜ ਜਾਂ ਡੋਲ ਨਹੀਂ ਸੀ। ਉਸ ਸਮੇਂ ਰਹਿਬਾ ਨੇ ਕਹਿੰਦੇ ਸਿਰ ਕੀ ਸੋਭ ਉਤਾਰ ਕੇ, ਬੀਬੀਆਂ ਦੇ ਸਿਰ ਦੀ ਸੋਭਾ ਕੇਸ ਹੁੰਦੇ ਨੇ, ਜਿਸ ਬੀਬੀ ਦੇ ਸਿਰ ਤੇ ਵਾਲ ਨਾ ਹੋਣ ਤਾਂ ਕੀ ਸੋਭਾ ਹੋਊਗੀ। ਸਿਰ ਦੇ ਕੇਸ ਹੀ ਸਿਰ ਦੀ ਸੋਭਾ ਹੈ। ਸਿੰਘ ਦਾ ਤਾਂ ਇੱਕ ਤਾਜ ਹੈ। ਤੇ ਉਹਦੇ ਮਨ ਵਿੱਚ ਹੋਰ ਤਾਂ ਕੁਛ ਨਾ ਆਇਆ। ਉਹਨੇ ਇਹੀ ਸੋਚਿਆ, ਆਪਦੇ ਸਿਰ ਦੇ ਵਾਲਾਂ ਦੇ ਨਾਲ ਉਹਨੇ ਉਹਨਾਂ ਵਾਲਾਂ ਨੂੰ ਪੁੱਟ ਕੇ ਵੱਟ ਚਾੜ ਕੇ ਉਹਦੀ ਡੋਰੀ ਬਣਾ ਲਈ ਤੇ ਜਿਹੜੀ ਸਿਰ ਤੇ ਚੁੰਨੀ ਲਈ ਹੋਈ ਸੀ ਉਹ ਸਿਰ ਦਾ ਕੱਪੜਾ ਉਹਦੇ ਨਾਲ ਬੰਨ੍ਹ ਕੇ ਖੂਹ 'ਚ ਲਟਕਾਇਆ। ਕੱਪੜਾ ਪਾਣੀ ਨਾਲ ਭਿੱਜ ਗਿਆ। ਉਹਨੇ ਬਾਹਰ ਖਿੱਚ ਕੇ ਉਹ ਕਤੂਰਿਆਂ ਦੇ ਮੂੰਹ ਦੇ ਵਿੱਚ ਉਹਨੂੰ ਨਿਚੋੜ ਕੇ ਪਾਣੀ ਪਾਇਆ। ਕੁੱਤੀ ਤੇ ਉਹਦੇ ਬੱਚਿਆਂ ਦੀ ਜਾਨ ਬਚ ਗਈ। ਉਹਨਾਂ ਨੇ ਚੀਕਣਾ ਦੀ ਵਿਲਕਣਾ ਬੰਦ ਕਰ ਦਿੱਤਾ। ਜਦ ਰਹਿਬਾ ਨੇ ਪਾਣੀ ਮਿਲਾ ਕੇ ਆਪਣੇ ਸਾਹਮਣੇ ਤੱਕਿਆ, ਮਨ ਵਿੱਚ ਸੋਚਿਆ ਕਿ ਮਨਾ ਹੁਣ ਮੈਂ ਬਹੁਤੀ ਥੱਕ ਗਈ ਹਾਂ ਤੇ ਮੈਥੋਂ ਤੁਰਿਆ ਨਹੀਂ ਜਾਂਦਾ। ਜੇ ਤੁਰਿਆ ਗਏ ਜਾਂਦਾ ਤਾਂ ਬੰਦਾ ਤੁਰਿਆ ਹੀ ਜਾਂਦਾ। ਜਦ ਬੈਠ ਜਾਏ, ਸਰੀਰ ਠੰਡਾ ਹੋ ਜਾਏ ਤਾਂ ਥਕਾਵਟ ਮਹਿਸੂਸ ਕਰਦਾ। ਉਹਦੇ ਮੂੰਹ ਚੋਂ ਨਿਕਲਿਆ ਕਿ ਜੇ ਮੱਕਾ ਖੁਦਾ ਕਰੇ ਇੱਥੇ ਹੀ ਮੈਨੂੰ ਦਰਸ਼ਨ ਦੇ ਦੇਵੇ ਤਾਂ ਮੈਂ ਇੱਥੇ ਹੀ ਦਰਸ਼ਨ ਕਰ ਲਵਾਂ। ਇੰਝ ਕਹਿ ਕੇ ਜਦ ਉਹਨੇ ਸਾਹਮਣੇ ਵੇਖਿਆ ਤਾਂ ਮੱਕੇ ਦਾ ਦੀਦਾਰ ਕਰ ਲਿਆ। ਭਾਵ ਜਿਹੜਾ ਕਾਬਾ ਮੰਦਰ ਸੀ 60 ਕੋਹ ਚੱਲ ਕੇ ਉਹਦੇ ਕੋਲ ਆਇਆ। ਖੁਦਾ ਨੇ ਆਕਾਸ਼ਬਾਣੀ ਕਰਦਿਆਂ ਕਿਹਾ ਕਿ ਰਹਿਬਾ ਹੈਰਾਨ ਨਾ ਹੋ, ਤੇਰੀ ਜ਼ਿਆਰਤ ਮੇਰੇ ਦਰ ਤੇ ਕਬੂਲ ਹੋ ਗਈ ਹੈ। ਜੋ ਤੂੰ ਇਹਨਾਂ ਬੇਜ਼ਬਾਨੀ ਜੀਵਾਂ ਦੀ ਦਇਆ ਕੀਤੀ ਹੈ, ਇਸ ਦਇਆ ਕਾਰਨ ਮੈਂ ਮੱਕਾ ਹੀ ਤੇਰੇ ਪਾਸ ਲੈ ਆਇਆ। ਚੱਲ ਕਰ ਲੈ ਦਰਸ਼ਨ, ਇੱਥੇ ਮੱਕੇ ਦਾ ਦੀਦਾਰ ਕਰ। ਇਸੇ ਤਰ੍ਹਾਂ ਦਇਆ ਧਰਮ ਦੀ ਪਾਲਣਾ ਕਰਦੀ ਰਹਿ। ਭਾਵ ਦਇਆ ਕਾਰਨ ਮੱਕੇ ਨੇ 60 ਕੋ ਅੱਗੇ ਚੱਲ ਕੇ ਦਰਸ਼ਨ ਦਿੱਤੇ। ਕਹਿੰਦੇ ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ, 60 ਕੋਸ ਮੱਕਾ ਮਿਲਿਆ ਦੇਖ ਦਇਆ ਕੇ ਕਾਮ। ਮਹਾਰਾਜ ਨੇ ਵੀ ਆਖਿਆ ਜੀ ਦਇਆ ਪ੍ਰਮਾਣ, ਜੀਵਾਂ ਪਰ ਦਇਆ ਕਰਨੀ ਹੀ ਪ੍ਰਮਾਣ ਹੈ। ਉਧਰ ਇਬਰਾਹੀਮ ਪੈਗੰਬਰ ਮੱਕੇ ਦੀ ਜ਼ਿਆਰਤ ਕਰਨ ਗਿਆ। ਉਹਨੇ ਦੇਖਿਆ ਕਿ ਮੱਕਾ ਆਪਣੇ ਟਿਕਾਣੇ ਤੇ ਨਹੀਂ ਹੈ। ਇਹਦਾ ਕਾਰਨ ਪੁੱਛਿਆ ਤਾਂ ਪਤਾ ਲੱਗਿਆ ਕਿ ਕਾਬਾ 60 ਕੋਹ ਤੇ ਰਹਿਬਾ ਨੂੰ ਦਰਸ਼ਨ ਦੇਣ ਵਾਸਤੇ ਆਪ ਗਿਆ। ਮਨ ਸੋਚਦਾ ਕਿ ਰਹਿਬਾ ਨੂੰ ਚੱਲ ਕੇ ਪੁੱਛਾਂਗਾ
कि तू ऐसा की साधन किया जिस करके काबा खुद तेरे वाल चल के आया। वो रहबां ਵੱਲ ਨੂੰ ਚੱਲ ਪਿਆ। ਰਸਤੇ ਵਿੱਚ ਇੱਕ ਤਕੀਏ 'ਚ ਰਾਤ ਗੁਜ਼ਾਰਨ ਲਈ ਠਹਿਰਿਆ ਤਾਂ ਸਭ ਨੇ ਉੱਥੇ ਗੋਸ਼ਤ ਖਾਧਾ। ਜਿਹੜੇ ਮੁਸਲਮਾਨ ਨੇ ਇੱਕ ਤਾਂ ਬੀੜੀਆਂ ਬੜੀਆਂ ਪੀਂਦੇ ਨੇ, ਤੇ ਇੱਕ ਜਿੰਨੇ ਮਰਜ਼ੀ ਨਮਾਜ਼ੀ ਹੋਣ ਗੋਸ਼ਤ ਬੜਾ ਖਾਂਦੇ ਨੇ, ਕੁੱਠਾ ਮਾਸ। ਸੋ ਇਹ ਜਿਹੜੀਆਂ ਬਿਮਾਰੀਆਂ ਨੇ ਸਾਰੀਆਂ ਕੌਮਾਂ ਦੇ ਵਿੱਚ ਹਨ। ਇੱਕ ਦੇ ਵਾਲ ਕਟਾਉਣ ਦੀ, ਇੱਕ ਮੀਟ ਮੁਰਗਾ ਖਾਣ ਦੀ, ਇੱਕ ਤੰਬਾਕੂ ਬੀੜੀ। ਆ ਮੰਦਰਾਂ ਦੇ ਪੁਜਾਰੀ ਵੀ ਕਈਆਂ ਨੂੰ ਮੈਂ ਦਬਕਾ ਮਾਰਿਆ ਵੀ ਉਹ ਨਕੰਮਿਓ, ਜਾਂ ਤਾਂ ਮਰ ਛੱਡ ਦਿਓ, ਤੇ ਜਾਂ ਆ ਜਿਹੜੇ ਨਿਹੰਗ ਸਿੰਘ ਨੇ ਉਹ ਗਧੀ ਚੁੰਗਣੀ ਕਹਿੰਦੇ ਨੇ ਬੀੜੀ ਪੀਣੀ, ਵੀ ਆ ਗਧੀ ਚੁੰਗਣੀ ਛੱਡ ਦਿਓ। ਮੰਦਰ ਇੱਕ ਪੂਜਾ ਦਾ ਸਥਾਨ ਹੈ। ਸ਼੍ਰੀ ਰਾਮ ਜੀ ਜਾਂ ਕ੍ਰਿਸ਼ਨ ਭਗਵਾਨ ਜੀ ਤਾਂ ਪਸੰਦ ਨਹੀਂ ਕਰਦੇ ਹੋਣਗੇ, ਵਿਸ਼ਨੂੰ ਮਹਾਰਾਜ ਜਾਂ ਕੋਈ ਵੀ ਇਸ ਤਰ੍ਹਾਂ ਦਾ ਗੰਦਮਾ ਥੋੜ੍ਹਾ ਕੋਈ ਪਸੰਦ ਕਰਦਾ ਹੋਊਗਾ। ਤੁਸੀਂ ਭਗਵਾਨ ਨੂੰ ਖੁਸ਼ ਕਰਨਾ ਕਿ ਉਹਦੀ ਕਰੋਪੀ ਲੈਣੀ ਹੈ। ਜਿੰਨਾ ਨਸ਼ਾ ਧਾਰਮਿਕ ਸਥਾਨਾਂ 'ਤੇ ਵਰਤਿਆ ਜਾਂਦਾ, ਮੈਂ ਸਮਝਦਾ ਗ੍ਰਸਤੀ ਬੰਦੇ ਨੂੰ ਤਾਂ ਮਿਹਨਤ ਮਜ਼ਦੂਰੀ ਤੋਂ ਟਾਈਮ ਨਹੀਂ ਲੱਗਦਾ, ਉਹਨੇ ਘੋਟਾ ਕੀ ਲਾਉਣਾ। ਉਹਨੂੰ ਤਾਂ ਆਪਦਾ ਵੀ 8 ਵੱਜ ਕੇ 8:30 ਹੋ ਗਏ, ਮੈਂ ਭੱਜ ਕੇ ਜਾਣਾ ਨੌਕਰੀ 'ਤੇ। ਲੰਚ 'ਚ ਮਸਾਂ ਹੀ 2-4 ਬੁਰਕੀਆਂ ਖਾਣ ਨੂੰ ਮਿਲਦੀਆਂ, ਰਾਤ ਨੂੰ ਫਿਰ ਦੌੜ ਭੱਜ। ਉਹਨੇ ਦੱਸੋ ਕੂੰਡਾ ਡੰਡਾ ਲੈ ਕੇ ਤੇ ਸੁੱਖਾ ਕੀ ਰਗੜਨਾ। ਵਿਹਲਾ ਬੰਦਾ ਹੀ ਇਹ ਕੰਮ ਕਰਦਾ ਹੈ। ਤੇ ਇਸ ਵਾਸਤੇ ਨਸ਼ੇ ਪੱਤੇ ਜਿੰਨੇ ਧਾਰਮਿਕ ਸਥਾਨਾਂ 'ਤੇ ਹੁੰਦੇ ਨੇ, ਹੋਰ ਕਿਤੇ ਨਹੀਂ। ਬਲਕਿ
ਕੋਈ ਕਿਹੜੀ ਨਿਗਾਹ ਨਾਲ ਵੇਖ ਨਹੀਂ ਸਕਦਾ ਹੈ। ਪਾਰ ਬ੍ਰਹਮ ਤੂੰ ਰਾਖਿਆ। ਇਹ ਭਾਈ ਤੈਨੂੰ ਪਰਮਾਤਮਾ ਨੇ ਆਪ ਦਾ ਕਿਰਪਾ ਰੂਪੀ ਹੱਥ ਦੇ ਕੇ ਵਿਕਾਰਾਂ ਆਦਿਕ ਤੋਂ ਬਚਾ ਕੇ ਰੱਖ ਲਿਆ ਹੈ। ਦੇ ਆਪਣੇ ਹਾਥ ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ, ਤਤ ਕਾਲ ਹੋਏ ਆਵੈ। ਸੋ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰਕਸ਼ਾ ਕੀਤੀ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਜੀਵਨ ਕਾ ਦਾਤਾ ਏਕ ਹੈ। ਕੋਈ ਕਿਸੇ ਨੇ ਟਰਸਟ ਬਣਾਇਆ, ਕਿਸੇ ਨੇ ਸੰਸਥਾ ਬਣਾਈ ਹੈ, ਸਭ ਆਪਦੋ ਆਪਦੀ ਡੁਗਡੁਗੀ ਵਜਾ ਰਹੇ ਨੇ। ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ ਤੇ ਨਾ ਕੋਈ ਆਪਦੇ ਮਨ 'ਚ ਭੁਲੇਖਾ ਪਾਲੇ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕੋਈ ਕਿਸੇ ਨੂੰ ਦੇ ਨਹੀਂ ਸਕਦਾ, ਸਾਰੀ ਉਮਰ ਤਾਂ ਬਿਲਕੁਲ ਹੀ ਨਹੀਂ ਕੋਈ ਦਿੰਦਾ। ਸਾਰਿਆਂ ਜੀਆਂ ਦਾ ਦਾਤਾ ਇੱਕ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ। ਮਾਂ ਪਿਓ ਦੇ ਮਨ 'ਚ ਭੁਲੇਖਾ ਵੀ ਆਪਾਂ ਬੱਚੇ ਨਾ ਪਾਲੀਏ ਤੇ ਬੱਚਿਆਂ ਦਾ ਕੀ ਬਣੇ। ਵੱਡੇ ਹੋ ਕੇ ਬੱਚਿਆਂ ਦੇ ਮਨ 'ਚ ਭੁਲੇਖਾ ਖੜਾ ਹੋ ਜਾਂਦਾ ਵੀ ਮਾਂ ਪਿਓ ਦਾ ਆਪਾਂ ਖਿਆਲ ਨਾ ਰੱਖੀਏ, ਕੌਣ ਰੱਖੇ। ਪਰ ਨਹੀਂ, ਨਹਿ ਚਿੰਤਾ ਮਾਤ ਪਿਤ ਭਰਾਤ ਹੈ, ਨਹਿ ਚਿੰਤਾ ਕਛ ਲੋਕ ਕਹਿ। ਮਹਾਰਾਜ ਕਹਿੰਦੇ ਚਿੰਤਾ ਨਾ ਕਰ ਭਾਈ, ਜਿਨਨੇ ਜਨਮ ਦਿੱਤਾ ਹੈ ਪ੍ਰਬੰਧ ਵੀ ਉਸੇ ਦਾ ਹੀ ਹੈ। ਉਹਦੀ ਇਹ ਖਾਸੀਅਤ ਹੈ ਕਿ ਉਹ ਸਾਹਮਣੇ ਨਹੀਂ ਆਉਂਦਾ, ਦੇਣ ਵਾਲਾ ਉਹੀ ਹੈ। ਬੀਬੀ ਰਜਨੀ ਨੇ ਆਪਦੇ ਪਿਓ ਦੁਨੀ ਚੰਦ ਨੂੰ, ਜਿਹੜਾ ਪੱਟੀ ਦਾ ਰਾਜਾ, ਇੱਕੋ ਹੀ ਗੱਲ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਸਮਝ ਨਹੀਂ ਆਈ। ਫਿਰ ਗੁਰੂ ਅਰਜਨ ਸਾਹਿਬ ਨੇ ਦਬਕਾ ਮਾਰਿਆ ਤਾਂ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ। ਫਿਰ ਉਹਨੇ ਰਾਜ ਭਾਗ ਮਹਾਰਾਜ ਦੇ ਆਖੇ ਲਾ ਕੇ ਤੇ ਬੀਬੀ ਰਜਨੀ ਦੇ ਪਤੀ ਨੂੰ ਦੇ ਦਿੱਤਾ। ਗੁਰੂ ਸਾਹਿਬ ਕੋਲ ਉਪਦੇਸ਼ ਦੀ ਯਾਚਨਾ ਕੀਤੀ ਤਾਂ ਮਹਾਰਾਜ ਨੇ ਫਰਮਾਇਆ, ਰਾਜਨ ਤੂੰ ਕਿਉਂ ਸੋਇਆ ਨੀਂਦ ਭਰੇ, ਜਾਗਤ ਕਤ ਨਾਹੀ ਰਾਮ। ਦੇ ਆਪਣੇ ਬੀਆ ਨਹੀਂ ਹੋਰ। ਉਸ ਪਰਮਾਤਮਾ ਤੋਂ ਬਿਨਾ ਉਹਦੇ ਵਰਗਾ ਦਾਤਾ ਕੋਈ ਹੋਰ ਦੂਜਾ ਨਹੀਂ ਹੈ, ਜਿਹੜਾ ਇੰਨਾ ਖੁੱਲ੍ਹਾ ਲੰਗਰ ਵਰਤਾ ਸਕੇ। ਕੋਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਵੀ ਕਿਉਂ ਨਾ ਹੋਵੇ, ਉਹ ਵੀ ਇਸ ਤਰ੍ਹਾਂ ਨਹੀਂ। ਅੱਜ ਕੋਈ ਕਣਕ ਦਿੰਦਾ ਵੀ ਹੈ ਗਰੀਬਾਂ ਨੂੰ ਤੇ ਮਖੌਲ ਉਡਾਉਂਦੇ ਨੇ ਸਪੈਸ਼ਲ। ਤੋ ਇੱਕ ਵਾਰ ਲੰਗਰ 'ਚ ਸਬਜ਼ੀ ਵਾਧੇ ਪੈ ਗਈ ਤੇ ਉਹ ਰੈਡੀਮੇਡ ਉਹ ਟੀਨ ਜਿਹਾ ਖੋਲ੍ਹਿਆ, ਉਹ ਡੱਬੇ ਤੇ ਮੈਂ ਲਿਖਿਆ ਪੜ੍ਹਿਆ ਅੰਮ੍ਰਿਤਸਰ ਦਾ ਐਡਰੈਸ। 4 ਦੇ ਡੱਬੇ, ਛੋਲਿਆਂ ਦੇ ਡੱਬੇ, ਬਣਿਆ ਬਣਾਤਾ ਸਾਗ, ਐਡਰੈਸ ਸਾਡੇ ਅੰਮ੍ਰਿਤਸਰ ਦਾ। ਮੈਂ ਕਿਹਾ ਵੀ ਉੱਥੇ ਕਿਤੇ ਦਰਸ਼ਨ ਹੋਏ ਨਹੀਂ। ਤੇ ਆਹ ਬੋਤਲਾਂ ਬਦਾਮਾਂ ਦੀਆਂ, ਜੂਸ ਵਾਲੀਆਂ, ਠੰਡੇ ਦੀਆਂ, ਅੰਮ੍ਰਿਤਸਰ ਦਾ ਐਡਰੈਸ। ਵਧੀਆ ਤੇ ਚੰਗੀ ਚੀਜ਼ ਐਕਸਪੋਰਟ ਕਰ ਦੇਣੀ ਪੈਸੇ ਦੇ ਲਾਲਚ ਨੂੰ। ਜਿਹੜੇ ਬੰਦੇ ਬਣਾਉਂਦੇ ਨੇ, ਪੈਦਾ ਕਰਨ ਵਾਲੇ, ਸਭ ਤੋਂ ਗੰਦਮੰਦ ਉੱਥੇ ਵਰਤਾਉਣਾ। ਇਹ ਹੈ ਲੋਕਾਂ ਦਾ ਸਟੰਡ। ਅਖੇ ਜੀ 2 ਰੁਪਏ ਕਿਲੋ, 4 ਰੁਪਏ ਕਿਲੋ, ਕੋਈ 2-4 ਕਿਲੋ ਨਹੀਂ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਸਾਰਿਆਂ ਨੂੰ ਇੱਕੋ ਪਰਮਾਤਮਾ ਹੀ ਦੇਣ ਵਾਲਾ, ਕੋਈ ਹੋਰ ਦੂਜਾ ਨਹੀਂ ਹੈ। ਇਹ ਤਾਂ ਲੋਕਾਂ ਨੇ ਆਪ ਦੀ ਮਸ਼ਹੂਰੀ ਵਾਸਤੇ ਗੱਲਾਂ ਬਣਾਈਆਂ ਹੋਈਆਂ ਨੇ। ਜਿਹੜਾ ਵੀ ਕੋਈ ਆਉਂਦਾ ਉਹ ਆਪ ਦੀ ਫੋਟੋ ਲਾ ਕੇ ਤੇ ਵੰਡਣ ਲੱਗ ਪੈਂਦਾ। ਸਭ ਤੋਂ ਨਕਮੀ ਮਾੜੀ ਚੀਜ਼ ਵੰਡ ਕੇ ਤੇ ਮਸ਼ਹੂਰੀ ਕਰਾਉਂਦੇ ਨੇ। 2-4 ਪੈਕਟ ਵੰਡ ਦਿੱਤੇ ਤੇ ਬਾਕੀ ਆਪਦੇ ਕਰ ਲੈ ਗਏ। ਇਸ ਲਈ ਮਹਾਰਾਜ ਤੋਂ ਬਗੈਰ ਕੋਈ ਹੋਰ ਦੂਜਾ ਦਾਤਾ ਨਹੀਂ ਹੈ। ਇਹ ਗੱਲਾਂ ਚੱਲਦੀਆਂ ਨੇ, ਤੁਸੀਂ ਵੇਖਦੇ ਹੋ। ਇਸ ਵਾਸਤੇ ਮੈਨੂੰ ਮਾਫ ਕਰਨਾ। ਨਾਨਕ ਕੀ ਬੇਨੰਤੀਆ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਇਸ ਵਾਸਤੇ ਆਪਾਂ ਦਾ ਕਿਸੇ ਅੱਗੇ ਹੱਥ ਨਹੀਂ ਅੜਦੇ, ਕਿਸੇ ਨੂੰ ਆਪ ਦਾ ਆਸਰਾ ਨਹੀਂ ਮੰਨਦੇ ਹਾਂ। ਇੱਕੋ ਹੀ ਗੱਲ ਅਸੀਂ ਮਨ ਵਿੱਚ ਧਾਰੀ ਹੈ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ। ਆਨ ਬੀਆ ਤੇਰੀ ਸਮਸਰ, ਤੈਨੂੰ ਛੱਡ ਕੇ ਹੀ ਵਾਹਿਗੁਰੂ ਅਸੀਂ ਕਿਹਦੇ ਕੋਲ ਜਾਈਏ। ਤੇਥੋਂ ਬਗੈਰ ਸਾਡਾ ਕੋਈ ਹੋਰ ਦੂਜਾ ਆਸਰਾ ਨਹੀਂ। ਇੰਜ ਕਹੋ
ਕਿ हे ਪ੍ਰਮਾਤਮਾ ਮੇਰੇ ਦਾਸ ਦੀ ਤੇਰੇ ਚਰਨਾਂ ਵਿੱਚ ਇਹੀ ਬੇਨਤੀ ਅਰਜ਼ੋਈ ਹੈ ਕਿ ਮੈਂ ਤੇਰਾ ਜੋਰ ਮੈਨੂੰ ਤੇਰਾ ਹੀ ਵਿਵੇਕ ਰੂਪੀ ਜੋਰ ਬਲ ਪ੍ਰਾਪਤ ਹੋਵੇ। ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਤੁਮ ਹੈ ਮੇਰਾ ਪਰਿਵਾਰ ਹੈ। ਇੱਥੇ ਸਮਾਪਤੀ ਹੈ ਜੀ। ਭੁੱਲ ਚੁੱਕਾ ਖਿਮਾ ਕਰੋ। ਅੱਗੇ ਤੋਂ ਸਮਤ ਬਖਸ਼ੋ। ਜੀਵਨ ਕਾ ਦਾਤਾ ਏਕ ਹੈ, ਬਿਆ ਨਹੀਂ ਹੋਰ। ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ